हाँ जी, ਆਪਾਂ ਕੱਲ ਬੇਟਾ ਕਰ ਰਹੇ ਸੀਗੇ ਲੈਂਡ ਪੋਲੂਸ਼ਨ ਸਟਾਰਟ ਕੀਤਾ ਸੀਗਾ। ਠੀਕ ਹੈ, ਕਿਉਂ ਹੁੰਦਾ ਹੈ ਲੈਂਡ ਪੋਲੂਸ਼ਨ, ਉਹਦੇ ਰੀਜ਼ਨਸ ਤੁਹਾਨੂੰ ਦੱਸਦੇ ਸੀਗੇ। ਆ ਇੱਕ ਲਿਸਟ ਹੈਗੀ ਤੁਹਾਡੇ ਸਾਹਮਣੇ ਕਿ ਕਿਹੜੇ ਕਿਹੜੇ ਰੀਜ਼ਨਸ ਆ ਜਿਨ੍ਹਾਂ ਨਾਲ ਲੈਂਡ ਪੋਲੂਸ਼ਨ ਆਪਣਾ ਹੁੰਦਾ ਹੈ। ਜਿਹੜਾ ਅੱਜ ਦੇ ਟਾਈਮ ਦੇ ਵਿੱਚ ਹਾਂ ਹਾਂ ਮੈਂ ਇਹ ਸਾਰੇ ਕਰਾਤੇ। ਹਾਂਜੀ ਹਾਂਜੀ, ਜਿਹੜੇ ਬੇਟਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਮੇਜਰ ਇਹਨਾਂ ਦੇ ਵਿੱਚੋਂ ਜਿੰਨੇ ਰੀਜ਼ਨਸ ਲਿਖੇ ਹੋਏ ਆ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਮੇਜਰ ਰੀਜ਼ਨ ਹੈਗਾ ਆ ਲੈਂਡ ਪੋਲੂਸ਼ਨ ਦਾ, ਉਹ ਇਸ ਟਾਈਮ ਤੇ ਹੈਗੀ ਆ ਇੰਡਸਟਰੀ। ਠੀਕ ਹੈ, ਇੰਡਸਟਰੀ ਐਂਡ ਡੀਫੋਰੈਸਟ੍ਰੇਸ਼ਨ। ਠੀਕ ਹੈ, ਇੰਡਸਟਰੀ 'ਚੋਂ ਜਿਹੜਾ ਵੇਸਟ ਆਉਂਦਾ ਹੈ ਆਪਾਂ ਉਹ ਸਿੱਟਦੇ ਹਾਂ, ਪਲੱਸ ਜਿਹੜੀ ਡੀਫੋਰੈਸਟ੍ਰੇਸ਼ਨ ਹੁੰਦੀ ਆ ਉਹਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਲੈਂਡ ਪੋਲੂਸ਼ਨ ਹੋ ਰਿਹਾ ਹੈ। ਠੀਕ ਹੈ, ਸੋ ਆ ਇੱਕ ਫੋਟੋ ਤੁਸੀਂ ਦੇਖ ਹੀ ਸਕਦੇ ਆ, ਆ ਡਿਫਰੈਂਟ ਇੰਡਸਟਰੀ ਦਾ ਕੈਮੀਕਲ ਇਸੇ ਤਰ੍ਹਾਂ ਪਾਣੀ 'ਚ ਆਪਾਂ ਸਿੱਟ ਦਿੰਦੇ ਆ। ਠੀਕ ਹੈ, ਉਹ ਪਾਣੀ, ਇਸ ਕੈਮੀਕਲ ਦਾ ਕੀ ਫਰਕ ਪਏਗਾ? ਇਸ ਕੈਮੀਕਲ ਨਾਲ ਇੱਕ ਤਾਂ ਹੋਏਗਾ ਵਾਟਰ ਪੋਲੂਸ਼ਨ, ਇੱਕ ਇਹਦੇ ਨਾਲ ਹੋਏਗਾ ਗਰਾਊਂਡ ਵਾਟਰ ਜਿਹੜਾ ਹੈ ਉਹ ਪੋਲਿਊਟਡ ਹੋਏਗਾ, ਵਾਟਰ ਪੋਲੂਸ਼ਨ ਹੋਊਗਾ। ਨਾਲ ਕੀ ਹੋਏਗਾ? ਲੈਂਡ ਪੋਲੂਸ਼ਨ ਹੋਊਗਾ। ਠੀਕ ਹੈ, ਤੇ ਇਹ ਹੌਲੀ ਹੌਲੀ ਸਾਡੇ ਈਕੋਸਿਸਟਮ ਦੇ ਵਿੱਚ ਆ ਜਾਣਾ ਆ। ਠੀਕ ਹੈ, ਜਿਹੜੀ ਲੈਂਡ ਦੇ ਵਿੱਚ ਇਹ ਕੈਮੀਕਲਸ ਚੱਲ ਗਏ ਇੱਕ ਵਾਰ, ਠੀਕ ਹੈ, ਉਹ ਲੈਂਡ ਦੇ ਵਿੱਚ ਆਪਾਂ ਫਸਲ ਬੀਜਾਂਗੇ, ਉਹ ਫਸਲ ਨੂੰ ਆਪਾਂ ਖਾਵਾਂਗੇ। ਸੋ ਇਹ ਘੁੰਮ ਘੁਮਾ ਕੇ ਸਾਰਾ ਜਿਹੜੇ ਕੈਮੀਕਲਸ ਆ ਸਾਡੀ ਬੋਡੀ ਦੇ ਅੰਦਰ ਜਾਣੇ। ਸੋ ਸਾਡੇ ਉੱਪਰ ਡਾਇਰੈਕਟਲੀ ਪਲੱਸ ਇਨਡਾਇਰੈਕਟਲੀ ਕਈ ਤਰ੍ਹਾਂ ਦੇ ਇਫੈਕਟਸ ਪੈਂਦੇ ਨੇ। ਠੀਕ ਹੈ, ਦੂਸਰੇ ਨੰਬਰ ਤੇ ਆ ਗਿਆ ਪਲਾਸਟਿਕ। ਪਲਾਸਟਿਕ ਵੀ ਇੱਕ ਬਹੁਤ ਵੱਡਾ ਸੋਰਸ ਆ ਇਸ ਟਾਈਮ ਤੇ 에ਅਰ ਪੋਲੂਸ਼ਨ ਦਾ, ਲੈਂਡ ਪੋਲੂਸ਼ਨ ਦਾ, ਪਲੱਸ ਇੱਕ ਆਪਾਂ ਕਹਿ ਸਕਦੇ ਆ ਮਰੀਨ ਪੋਲੂਸ਼ਨ ਦਾ। ਮਰੀਨ ਜਿੱਥੇ ਵਰਲਡ ਆ ਗਿਆ ਉਹਦਾ ਮੀਨਿੰਗ ਹੁੰਦਾ ਆ ਜਿੱਥੇ ਕਿ ਜਿਸ ਲਾਈਕ ਰਿਵਰਸ, ਸਮੁੰਦਰ ਹੋ ਗਏ, ਉੱਥੇ ਜਿਹੜੇ ਐਨੀਮਲਸ ਹੈਗੇ ਆ, ਉੱਥੇ ਜਿਹੜੇ ਸਪੀਸ਼ੀਜ਼ ਹੈਗੇ ਆ, ਉਹਨਾਂ ਦੀ ਲਾਈਫ ਨੂੰ ਪਲਾਸਟਿਕ ਤੋਂ ਬਹੁਤ ਜ਼ਿਆਦਾ ਖਤਰਾ ਹੈ। ਠੀਕ ਹੈ, ਆਪਾਂ ਲੋਕ ਕਿਤੇ ਜਾਂਦੇ ਆ, ਫੋਰ ਐਗਜ਼ਾਮਪਲ ਆਪਾਂ ਬੀਚ ਤੇ ਗਏ, ਠੀਕ ਹੈ, ਆਪਣੇ ਕੋਲ ਪਲਾਸਟਿਕ ਆਈਟਮਸ ਆਪਾਂ ਉੱਥੇ ਬੀਚ ਤੇ ਸਿੱਟ ਦਿੰਦੇ ਆ। ਉਹ ਫਿਰ ਆਈਟਮਸ ਕਿੱਥੇ ਜਾਂਦੀਆਂ? ਉਹ ਪਾਣੀ ਦੇ ਨਾਲ ਨਾਲ ਸਮੁੰਦਰ 'ਚ ਚਲ ਜਾਂਦੀਆਂ। ਠੀਕ ਹੈ, ਤੇ ਉਹ ਫਿਰ ਜਿਹੜੀ ਮਰੀਨ ਲਾਈਫ ਆ ਉਹਨੂੰ ਨੁਕਸਾਨ ਪਹੁੰਚਾਉਂਦੇ ਆ। ਸੋ ਜਿਹੜਾ ਇਹ ਪੋਲੂਸ਼ਨ ਆ ਨਾ, ਇੱਕ ਪੋਲੂਸ਼ਨ ਚਾਹੇ ਕੋਈ ਐਗਜ਼ਾਮਪਲ ਲੈ ਲਓ, ਉਹ ਸਾਰੇ ਪੋਲੂਸ਼ਨਸ ਦੇ ਨਾਲ ਇੰਟਰਲਿੰਕਡ ਆ। ਠੀਕ ਹੈ, ਫੋਰ ਐਗਜ਼ਾਮਪਲ ਐਸਿਡ ਰੇਨ ਹੋਈ। ਠੀਕ ਹੈ, ਹਵਾ ਦੇ ਵਿੱਚ 에ਅਰ ਪੋਲੂਸ਼ਨ ਸੀਗਾ, ਜਦੋਂ ਮੀਂਹ ਪਿਆ ਉਹ ਪਾਣੀ ਦੇ ਨਾਲ ਹੋ ਕੇ ਨਾਲ ਰਲ ਕੇ ਜਿਹੜੀ ਹਵਾ ਦੇ ਵਿੱਚ ਗੰਦਗੀ ਸੀ ਧਰਤੀ ਤੇ ਡਿੱਗੀ, ਉਹਦੇ ਨਾਲ ਲੈਂਡ ਪੋਲੂਸ਼ਨ ਹੋ ਗਿਆ। ਪਹਿਲਾਂ 에ਅਰ ਪੋਲੂਸ਼ਨ ਸੀਗਾ, ਉਹ ਕਨਵਰਟ ਹੋ ਗਿਆ ਲੈਂਡ ਪੋਲੂਸ਼ਨ ਬਣ ਗਿਆ। ਉਹ ਪਾਣੀ ਫਿਰ ਸਾਡੇ ਗਰਾਊਂਡ ਵਾਟਰ ਦੇ ਵਿੱਚ ਵੀ ਜਾਣਾ ਹੈ, ਉਹਦੇ ਨਾਲ ਉਹ ਵਾਟਰ ਪੋਲੂਸ਼ਨ ਬਣ ਗਿਆ। ਠੀਕ ਹੈ, ਸੋ ਇਸ ਤਰ੍ਹਾਂ ਇਹ ਸਾਰੇ ਜਿੰਨੇ ਵੀ ਪੋਲੂਸ਼ਨਸ ਆ ਇੱਕ ਦੂਜੇ ਨਾਲ ਲਿੰਕਡ ਹੈਗੇ। ਹਾਂਜੀ, ਹੁਣ ਹੈਗੇ ਕਿ ਇਫੈਕਟਸ ਆਫ ਲੈਂਡ ਪੋਲੂਸ਼ਨ, ਕੀ ਇਫੈਕਟ ਪੈਂਦੇ ਨੇ ਸਾਡੇ ਉੱਪਰ, ਸਾਡੇ ਈਕੋਸਿਸਟਮ ਦੇ ਉੱਪਰ ਲੈਂਡ ਪੋਲੂਸ਼ਨ ਦੇ। ਦਿਸ ਲੈਂਡ ਕੈਨ ਨੋਟ ਯੂਜ਼ ਟੂ ਬਿਲਡ ਹਾਊਸਿਸ। ਠੀਕ ਹੈ, ਜਿਹੜੀ ਲੈਂਡ ਬਹੁਤ ਜ਼ਿਆਦਾ ਪੋਲੂਟਡ ਹੋਵੇ ਉਹਨੂੰ ਆਪਾਂ ਦੁਬਾਰਾ ਹਾਊਸ ਬਿਲਡ ਕਰਨ ਦੇ ਲਈ ਯੂਜ਼ ਨਹੀਂ ਕਰ ਸਕਦੇ। ਠੀਕ ਹੈ ਜੀ, ਉਸ ਜਗ੍ਹਾ ਦੇ ਉੱਪਰ ਆਪਾਂ ਫਾਰਮਿੰਗ ਵੀ ਨਹੀਂ ਕਰ ਸਕਦੇ। ਠੀਕ ਹੈ, ਗਰਾਊਂਡ ਵਾਟਰ ਵਿਲ ਗੈਟ ਅਫੈਕਟਡ। ਹੁਣ ਜਿਸ ਜਗ੍ਹਾ ਤੇ ਇੰਨਾ ਪੋਲੂਸ਼ਨ ਹੋਊਗਾ, ਮੀਂਹ ਪਏਗਾ, ਪਾਣੀ ਹੌਲੀ ਹੌਲੀ ਜ਼ਮੀਨ 'ਚ ਜਾਏਗਾ। ਠੀਕ ਹੈ, ਸਾਡਾ ਗਰਾਊਂਡ ਵਾਟਰ ਵੀ ਪੋਲੂਟਡ ਹੋ ਜਾਏਗਾ। ਓਕੇ, ਤੇ ਉਹਦੇ ਨਾਲ ਕਈ ਤਰ੍ਹਾਂ ਦੇ ਐਨੀਮਲਸ ਜੋ ਉੱਥੇ ਆਣਗੇ, ਉਸ এনवायरमेंट 'ਚ ਰਹਿਣਗੇ, ਉਹਨਾਂ ਦੀ ਡੈਥ ਵੀ ਹੋ ਸਕਦੀ ਹੈ। ਠੀਕ ਹੈ, ਸੋ ਇਹ ਕੁਝ ਇਫੈਕਟਸ ਹੈਗੇ ਆ ਲੈਂਡ ਪੋਲੂਸ਼ਨ ਦੇ। ਕਿਸੇ ਨੂੰ ਕੋਈ ਡਾਊਟ ਇਹਦੇ ਵਿੱਚ ਹਾਲੇ ਤੱਕ? नो सर। ਠੀਕ ਹੈ ਜੀ।
ਆ ਆਪਾਂ ਕਰ ਲਿਆ ਸੀ 3R ਪ੍ਰਿੰਸੀਪਲ ਕਿ ਆਪਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹਾਂ। ਠੀਕ ਹੈ, ਆਪਾਂ ਜਿੰਨਾ ਠੀਕ ਹੈ ਜਿੰਨਾ ਹੋ ਸਕਿਆ ਘੱਟ ਤੋਂ ਘੱਟ ਚੀਜ਼ਾਂ ਨੂੰ ਯੂਜ਼ ਕਰੀਏ, ਯੂਜ਼ ਕੀਤੀਆਂ ਹੋਈਆਂ ਚੀਜ਼ਾਂ ਨੂੰ ਦੁਬਾਰਾ ਰੀਯੂਜ਼ ਕਰੀਏ ਤੇ ਰੀਸਾਈਕਲ ਕਰੀਏ। ਠੀਕ ਹੈ, ਆਹ ਪੁਆਇੰਟਸ ਆਪਣੇ ਰਹਿੰਦੇ ਸੀਗੇ, ਇਹ ਇੱਕ ਇੱਕ ਕਰਕੇ ਡਿਸਕਸ ਕਰ ਲੈਂਦੇ ਆ। more and more land should be brought under farming, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਯਾਨੀ ਕਿ ਜ਼ਮੀਨ ਹੈਗੀ ਆ ਉਹਦੇ ਉੱਪਰ ਫਾਰਮਿੰਗ ਕੀਤੀ ਜਾਵੇ। ਠੀਕ ਹੈ, trees should be planted everywhere, ਕੋਈ ਵੀ ਖਾਲੀ ਜਗ੍ਹਾ ਸਾਨੂੰ ਮਿਲਦੀ ਆ ਆਪਾਂ ਉੱਥੇ ਕੋਈ ਨਾ ਕੋਈ ਟਰੀਜ਼ ਲਗਾਈਏ। ਜਿਹੜਾ ਵੇਸਟ ਵਾਟਰ ਆ, ਵੇਸਟ ਵਾਟਰ ਸ਼ੁੱਡ ਬੀ ਡਿਸਪੋਜ਼ਡ ਇਮੀਡੀਏਟਲੀ, ਕੋਈ ਜਿਹੜਾ ਵੇਸਟ ਵਾਟਰ ਆ ਜਿਹਦੇ ਵਿੱਚ ਕੋਈ ਹਾਰਮਫੁਲ ਕੈਮੀਕਲਸ ਹੈਗੇ ਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਪ੍ਰੋਸੈਸਡ ਕਰਕੇ ਡਿਸਪੋਜ਼ ਕਰੀਏ। ਇਸੇ ਤਰ੍ਹਾਂ ਓਪਨ ਨਾ ਛੱਡ ਦਈਏ, ਉਹਨੂੰ ਪ੍ਰੋਸੈਸਡ ਕਰਕੇ ਖਤਮ ਕਰ ਦਈਏ, ਡਿਸਪੋਜ਼ ਕਰ ਦਈਏ। ਅਵੋਇਡ ਡ੍ਰਿਲਿੰਗ, ਠੀਕ ਹੈ, ਗਰਾਊਂਡ ਵਾਟਰ ਲਈ ਬਾਰ-ਬਾਰ ਬੋਰ ਨਾ ਕਰੀਏ, ਫਸਲਾਂ ਤੇ ਫਰਟੀਲਾਈਜ਼ਰ ਯੂਜ਼ ਨਾ ਕਰੀਏ। ਇੰਟੀਗ੍ਰੇਟਡ ਸੋਲਿਡ ਵੇਸਟ ਮੈਨੇਜਮੈਂਟ, ਯਾਨੀ ਕਿ ਜਿਹੜਾ ਸਾਡਾ ਘਰਾਂ ਦੇ ਵਿੱਚ ਕੂੜਾ ਕਰਕਟ ਪੈਦਾ ਹੁੰਦਾ ਆ ਉਹਨੂੰ ਕਲੈਕਟ ਕਰਨ ਤੋਂ ਲੈ ਕੇ ਪ੍ਰੋਸੈਸਡ ਕਰਨ ਤੱਕ ਆਪਾਂ ਸੋਲਿਡ ਵੇਸਟ ਮੈਨੇਜਮੈਂਟ ਨੂੰ ਇੰਪਲੀਮੈਂਟ ਕਰੀਏ। ਸੋਲਿਡ ਵੇਸਟ ਮੈਨੇਜਮੈਂਟ ਇੱਕ ਟੈਕਨੀਕ ਆ ਜਿਹਦੇ ਨਾਲ ਆਪਾਂ ਜਿਹੜਾ ਘਰਾਂ ਦਾ ਗਾਰਬੇਜ ਹੈਗਾ ਆ ਉਹਨੂੰ ਸੇਫ ਤਰੀਕੇ ਦੇ ਨਾਲ ਖਤਮ ਕਰ ਸਕਦੇ। ਠੀਕ ਹੈ ਜੀ, ਫੋਰ ਐਗਜ਼ਾਮਪਲ ਇੱਥੇ ਆਪਣੇ ਕੂੜਾ ਲੈਣ ਆਉਂਦੇ ਆ, ਘਰਾਂ 'ਚ ਆਉਂਦੇ ਆ ਨਾ? ਹਾਂਜੀ ਸਰ ਆਉਂਦੇ ਆ ਜੀ। ਠੀਕ ਹੈ, ਕਿੰਨੇ ਰੁਪਏ ਲੈਂਦੇ ਉਹ ਆਪਣੇ ਕੋਲ ਮਹੀਨੇ ਦੇ? 50-100 ਰੁਪਇਆ ਲੈਂਦੇ ਆ। 40,000 ਰੁਪਏ ਲੈਂਦੇ ਆ। ਹਾਂਜੀ, ਇੰਨੇ ਲੈਂਦੇ ਆ। ਹੁਣ ਬਾਹਰਲੀ ਕੰਟਰੀਜ਼ ਕੀ ਆ, ਜਿੱਦਾਂ ਲਾਈਕ ਬਹੁਤ ਜਿਹੜੀਆਂ ਸਾਫ ਸੁਥਰੀਆਂ ਕੰਟਰੀਜ਼ ਆ ਲਾਈਕ ਨਾਰਵੇ, ਸਵੀਡਨ, ਫਿਨਲੈਂਡ, ਆਈਸਲੈਂਡ, ਯੂਕਰੇਨ, ਜਿਹੜੀਆਂ ਇੱਧਰ 4-5 ਕੰਟਰੀਆਂ ਨਾ, ਉਹਨਾਂ ਦੇ ਵਿੱਚ ਨਾ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਗਾਰਬੇਜ ਪ੍ਰੋਡਿਊਸ ਹੁੰਦਾ ਹੈ, ਕੂੜਾ ਕਰਕਟ ਆਪਾਂ ਇੱਕ ਘਰ 'ਚ ਜਿੰਨਾ ਨਿਕਲਦਾ ਆ ਉਹਦਾ ਤੁਹਾਨੂੰ ਪੈਸੇ ਮਿਲਦੇ ਆ ਦੇਣ ਦੇ। ਠੀਕ ਹੈ, ਉੱਥੇ ਜਿਹੜੀ ਗਵਰਨਮੈਂਟ ਹੈਗੀ ਆ ਜਾਂ ਕਈ ਪ੍ਰਾਈਵੇਟ ਇੰਡਸਟਰੀਜ਼ ਹੈਗੀਆਂ ਜਿਹੜੀਆਂ ਸੋਲਿਡ ਵੇਸਟ ਮੈਨੇਜਮੈਂਟ ਕਰਦੀਆਂ, ਉੱਥੇ ਕੂੜਾ ਕਰਕਟ ਦੀ ਦੇਖਭਾਲ ਕਰਦੀਆਂ ਆ, ਉਹ ਕੰਪਨੀਜ਼ ਤੁਹਾਨੂੰ ਪੈਸਾ ਦਿੰਦੀਆਂ ਉਲਟਾ, ਤੇ ਕਾਫੀ ਵਧੀਆ ਅਮਾਉਂਟ ਇੱਕ ਘਰ ਨੂੰ ਮਿਲਦੀ ਹੈ ਕਿ ਤੁਸੀਂ ਜਿੰਨਾ ਕੂੜਾ ਪ੍ਰੋਡਿਊਸ ਕਰੋਗੇ ਸਾਨੂੰ ਦਵੋ, ਤੇ ਤੁਹਾਨੂੰ ਉਸ ਦੇ ਬਦਲੇ ਪਰ ਮੰਥ ਜਾਂ ਪਰ ਡੇ ਦੇ ਹਿਸਾਬ ਨਾਲ ਜਿੰਨਾ ਤੁਸੀਂ ਕੇਜੀ ਕਿਲੋ ਕੂੜਾ ਦਵੋਗੇ, ਗਾਰਬੇਜ ਦਵੋਗੇ, ਉਹਦੇ ਹਿਸਾਬ ਨਾਲ ਹਰੇਕ ਬੰਦੇ ਨੂੰ, ਹਰੇਕ ਘਰ ਨੂੰ ਪੈਸੇ ਮਿਲਦੇ ਆ। ਠੀਕ ਹੈ, ਉਹ ਇਹਦਾ ਕਿਉਂ ਕਰਦੇ ਆ? ਕਿਉਂਕਿ ਉਹਨਾਂ ਨੇ ਆਪਣੇ ਕੰਟਰੀ ਦੇ ਵਿੱਚ ਜਿਹੜਾ ਕੂੜਾ ਪ੍ਰੋਡਿਊਸ ਹੁੰਦਾ ਆ ਉਹ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਸਟਾਰਟ ਕਰਤੀਆਂ ਹੋਈਆਂ। ਲਾਈਕ ਉਹ ਖਾਦ ਬਣਾਉਂਦੇ ਆ, ਉਹ ਕੰਟਰੀ ਕੁਛ ਇਹ 5-6 ਕੰਟਰੀਜ਼ ਦੀ ਗੱਲ ਕਰ ਰਹੇ ਹਾਂ, ਜ਼ਿਆਦਾ ਕੰਟਰੀਜ਼ ਦੀ ਨਹੀਂ। ਠੀਕ ਹੈ, ਉਹ ਖਾਦ ਬਣਾਉਂਦੇ ਆ ਕਿਉਂਕਿ ਉੱਥੇ ਫਰਟੀਲਾਈਜ਼ਰਸ ਜਿਹੜੇ ਆਹ ਵੈਸੇ ਆਪਾਂ ਸਪਰੇਅ ਸਪਰੂ ਕਰਦੇ ਆ ਫਸਲਾਂ ਤੇ ਉਹ ਬੈਨ ਆ, ਸੋ ਉਹ ਨੈਚੁਰਲ ਖਾਦ ਬਣਾਉਂਦੇ ਆ ਕੂੜੇ ਤੋਂ। ਉਹ ਖਾਦ ਬਣਾ ਕੇ ਫਿਰ ਉਹ ਫਾਰਮਰਸ ਨੂੰ ਵੇਚਦੇ ਆ। ਠੀਕ ਆ, ਉਹ ਫਾਰਮਰ ਫਿਰ ਉਹਨਾਂ ਨੂੰ ਪੈਸੇ ਦਿੰਦੇ ਆ, ਉਹ ਪੈਸਿਆਂ ਦੇ ਵਿੱਚੋਂ ਕੁਝ ਪੈਸੇ ਉਹ ਫਿਰ ਜਿੱਥੋਂ ਕੂੜਾ ਲਿਆ ਆ ਉਹਨਾਂ ਨੂੰ ਦੇ ਦਿੰਦੇ ਆ। ਠੀਕ ਹੈ, ਪਲੱਸ ਉਹ ਕੰਟਰੀਜ਼ ਹੈਗੀਆਂ ਬਹੁਤ ਜ਼ਿਆਦਾ ਠੰਡੀਆਂ, ਠੀਕ ਆ, ਜਿੱਥੇ ਟੈਂਪਰੇਚਰ ਮਾਈਨਸ 'ਚ ਹੀ ਰਹਿੰਦਾ ਹੈ, ਤੇ ਉਹ ਫਿਰ ਘਰਾਂ ਦੇ ਵਿੱਚ ਗਰਮ ਪਾਣੀ ਡਾਇਰੈਕਟ ਆਉਂਦਾ ਹੈ ਉਹਨਾਂ ਦੇ। ਠੀਕ ਹੈ, ਵੈਸੇ ਵੀ ਘਰਾਂ ਦੇ ਵਿੱਚ ਉਹ ਹੀਟ ਪਹੁੰਚਾਉਂਦੇ ਆ, ਹਰੇਕ ਘਰ ਦੇ ਵਿੱਚ ਹੀਟ ਪਹੁੰਚਾਉਂਦੇ ਆ। ਸੋ ਕੀ ਆ, ਕੂੜਾ ਜਿਹੜਾ ਇਕੱਠਾ ਹੁੰਦਾ ਆ ਉਹਨੂੰ ਪ੍ਰੋਸੈਸਡ ਕਰਕੇ ਉਹਨੂੰ ਸਾੜਦੇ ਆ। ਠੀਕ ਹੈ, ਫਿਰ ਉਹ ਹੀਟ ਨੂੰ ਯੂਜ਼ ਕਰਦੇ ਆ ਪਾਣੀ ਗਰਮ ਕਰਨ ਦੇ ਲਈ, ਜਿਹੜੀ ਘਰਾਂ 'ਚ ਸਪਲਾਈ ਆਉਂਦੀ ਆ। ਠੀਕ ਹੈ, ਤੇ ਵੈਸੇ ਤੇ ਹੌਟ 에ਅਰ ਪਹੁੰਚਾਉਣ ਦੇ ਲਈ ਘਰਾਂ ਦੇ ਵਿੱਚ ਫਿਰ ਉਹ ਸਾਰਾ ਕੁਝ ਯੂਜ਼ ਕਰਦੇ ਆ, ਤੇ ਮਤਲਬ ਉਹ ਇਸ ਤਰੀਕੇ ਨਾਲ ਜਿਹੜਾ ਗਾਰਬੇਜ ਆ ਉਹਨੂੰ ਯੂਜ਼ ਕਰਦੇ ਆ। ਠੀਕ ਹੈ, ਮਤਲਬ ਵਧੀਆ ਸਿਸਟਮ ਆ ਸਰ ਉੱਥੇ। ਹਾਂਜੀ, ਮਤਲਬ ਇਹ ਸਿਰਫ 6-7 ਕੰਟਰੀਆਂ ਹੋ ਗਈਆਂ ਵਧੀਆ ਕੰਮ ਲਾਈਕ ਲੱਗਦਾ। ਸਵੀਡਨ, ਨਾਰਵੇ, ਫਿਨਲੈਂਡ, ਆਈਸਲੈਂਡ, ਮਤਲਬ ਜਿਹੜੀਆਂ ਥੋੜੀਆਂ ਅੰਟਾਰਕਟਿਕਾ ਦੇ ਲਾਗੇ ਜਿਹੜੀਆਂ ਬਹੁਤ ਜ਼ਿਆਦਾ ਠੰਡੀਆਂ ਕੰਟਰੀਜ਼ ਆ ਉਹ ਇਦਾਂ ਕਰਦੇ। ਬਰਫੀਲੀ। ਠੀਕ ਹੈ, ਈਵਨ ਕਿ ਉਹ ਕੰਟਰੀਆਂ ਦੇ ਵਿੱਚ ਕੂੜੇ ਕਰਕਟ ਦੀ ਇੰਨੀ ਘਾਟ ਹੈ ਕਿ ਉਹ ਇੰਡੀਆ ਵਰਗੀਆਂ ਕੰਟਰੀਆਂ ਕੋਲ ਜਿੱਥੇ ਜ਼ਿਆਦਾ ਐਕਸੈਸ ਮਾਤਰਾ ਦੇ ਵਿੱਚ ਗਾਰਬੇਜ ਹੈਗਾ ਆ, ਉਹ ਇੱਥੋਂ ਕੰਟੇਨਰ ਲੈ ਕੇ ਉੱਥੇ ਆਪਣੀ ਕੰਟਰੀ 'ਚ ਲਿਆਉਂਦੀਆਂ।
ਠੀਕ ਹੈ। ਇੰਡੀਆ ਦੇ ਵਿੱਚੋਂ ਕਰੋੜਾਂ ਟਨ ਜਿਹੜਾ ਕੂੜਾ ਕਰਕਟ ਆ ਉਹ ਇੱਥੋਂ ਲਿਆ ਕੇ ਆਪਣੀ ਕੰਟਰੀ ਦੇ ਵਿੱਚ ਲੈ ਕੇ ਜਾਂਦੇ ਆ ਹਰ ਸਾਲ। ਠੀਕ ਹੈ, ਜਿੱਥੇ ਗਾਰਬੇਜ ਜ਼ਿਆਦਾ ਹੈ ਉਹ ਆਪਣੀ ਕੰਟਰੀ 'ਚ ਲੈ ਜਾਂਦੇ ਕਿਉਂਕਿ ਉਹ ਸਸਤਾ ਪੈਂਦਾ ਹੈ। ਠੀਕ ਆ, ਬਸ ਫਰਕ ਕੀ ਆ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਟੈਕਨੀਕਸ ਬਣਾ ਲਈਆਂ ਹੋਈਆਂ ਕਿ ਉਸ ਗਾਰਬੇਜ ਤੋਂ, ਉਸ ਕੂੜੇ ਤੋਂ ਉਹ ਬਹੁਤ ਵਧੀਆ ਚੀਜ਼ਾਂ ਕਰ ਪਾ ਰਹੇ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਜੀ ਰੈਮੀਡੇਸ਼ਨ ਆਫ ਪੋਲਿਊਟਡ ਸੋਇਲਸ, ਜਾਨੀ ਕਿ ਜਿਹੜੀਆਂ ਫਸਲਾਂ ਹੈਗੀਆਂ ਜਿਹੜੀ ਸੌਰੀ ਜ਼ਮੀਨ ਖਰਾਬ ਹੋ ਚੁੱਕੀ ਆ ਉਹਨੂੰ ਦੁਬਾਰਾ ਕਿਸ ਤਰ੍ਹਾਂ ਸਹੀ ਕੀਤਾ ਜਾਵੇ, ਇਹ ਕਰਨਾ ਚਾਹੀਦਾ ਸਾਨੂੰ। ਪ੍ਰੀਵੈਂਸ਼ਨ ਆਫ ਇਰੋਜਨ ਐਂਡ ਸਿਲਟਿੰਗ। ਸਿਲਟਿੰਗ ਹੁੰਦਾ ਆ ਸੇਮ ਲੱਗਣਾ ਜ਼ਮੀਨ ਨੂੰ, ਜਿੰਦਾ ਕੋਈ ਜ਼ਮੀਨ ਹੁੰਦੀ ਆ ਆਪਣੀ ਦਰਿਆ ਦੇ ਕੰਢੇ ਤੇ। ਠੀਕ ਆ, ਉੱਥੇ ਕੀ ਆ ਕਿ ਨਮੀ ਜ਼ਿਆਦਾ ਹੁੰਦੀ ਆ ਜ਼ਮੀਨ ਦੇ ਵਿੱਚ, ਕਈ ਫਸਲਾਂ ਫੇ ਹੁੰਦੀਆਂ ਨੇ। ਠੀਕ ਆ, ਉਸ ਚੀਜ਼ਾਂ ਨੂੰ ਕਿੱਦਾਂ ਰੋਕਿਆ ਜਾਵੇ। ਸੋ ਇਹ ਕੁਝ ਤਰੀਕੇ ਆ ਜਿਹਦੇ ਨਾਲ ਆਪਾਂ ਲੈਂਡ ਪੋਲਿਊਸ਼ਨ ਨੂੰ ਰੋਕ ਸਕਦੇ ਹਾਂ। ਠੀਕ ਹੈ ਜੀ, ਡਾਊਟ ਕਿਸੇ ਨੂੰ ਕੋਈ? ਨੋ। ਠੀਕ ਹੈ ਜੀ। ਤੇ ਬੇਟਾ ਹੁਣ ਇਸ ਚੈਪਟਰ ਦਾ ਲਾਸਟ ਟੌਪਿਕ ਹੈਗਾ ਹੈ ਜੀ ਆਪਣਾ ਰੇਡੀਓ ਐਕਟਿਵ ਪੋਲਿਊਸ਼ਨ। ਠੀਕ ਹੈ, ਕਾਫੀ ਇੰਪੋਰਟੈਂਟ ਆ ਇਹ ਕੁਐਸਚਨ, ਕਾਫੀ ਵਾਰ ਆਇਆ ਹੋਇਆ ਹੈ, ਆਪਾਂ ਐਗਜ਼ਾਮ ਦੇ ਵਿੱਚ ਆਇਆ ਹੋਇਆ ਕਾਫੀ ਵਾਰ। ਠੀਕ ਹੈ, ਸੋ what is radioactive pollution? radioactive pollution ਕੀ ਹੈਗਾ ਆ? ਪਹਿਲੀ ਗੱਲ ਸਾਨੂੰ ਸਮਝਣੀ ਪਏਗੀ ਕਿ ਇਹ ਕਿਹੜੇ ਮਟੀਰੀਅਲ ਤੋਂ ਹੁੰਦਾ ਹੈ। ਠੀਕ ਹੈ, ਇਹ ਹੁੰਦਾ ਹੈ ਜੀ ਯੂਰੇਨੀਅਮ ਪਲੂਟੋਨੀਅਮ। ਦੋ ਰੇਡੀਓ ਐਕਟਿਵ ਮਟੀਰੀਅਲ ਹੁੰਦੇ ਆ, ਯੂਰੇਨੀਅਮ ਐਂਡ ਪਲੂਟੋਨੀਅਮ। ਠੀਕ ਹੈ, ਉਹਨਾਂ ਤੋਂ ਰੇਡੀਓ ਐਕਟਿਵ ਰੇਜ਼ ਨਿਕਲਦੀਆਂ। ਠੀਕ ਹੈ, ਤੇ ਜਿਹੜੀਆਂ ਸਾਡੇ ਲਈ ਬਹੁਤ ਜ਼ਿਆਦਾ ਹਾਰਮਫੁਲ ਹੁੰਦੀਆਂ। ਠੀਕ ਹੈ ਜੀ, ਸੋ ਉਹਨੂੰ ਰੇਡੀਓ ਐਕਟਿਵ ਪੋਲਿਊਸ਼ਨ ਕਹਿੰਦੇ ਆ। ਜੇ ਇਸ ਜਿਹੜੇ ਇਹ ਮਟੀਰੀਅਲ ਹੈਗੇ ਬੇਸਿਕਲੀ ਮੈਟਲਸ ਆ। ਠੀਕ ਹੈ, ਰੇਡੀਓ ਐਕਟਿਵ ਜਿਹੜੇ ਮਟੀਰੀਅਲਸ ਆ ਬੇਸਿਕਲੀ ਮੈਟਲਸ ਆ, ਲਾਈਕ ਆਇਰਨ, ਠੀਕ ਹੈ, ਕਾਪਰ ਐਕਸੈਟਰਾ। ਸੋ ਇਹਨਾਂ ਤੋਂ ਬਹੁਤ ਹਾਰਮਫੁਲ ਰੇਜ਼ ਨਿਕਲਦੀਆਂ, ਤੇ ਜੇ ਆਪਾਂ ਉਸ ਰੇਜ਼ ਦੇ ਕੰਟੈਕਟ ਦੇ ਵਿੱਚ ਆ ਜਾਈਏ ਤੇ ਉਹਦੇ ਨਾਲ ਕੀ ਹੁੰਦਾ ਆ, ਉਹਦੇ ਨਾਲ ਕੀ ਹੁੰਦਾ ਆ ਕਿ ਸਾਡੇ ਬੋਡੀ ਉੱਪਰ ਕਈ ਹਾਰਮਫੁਲ ਇਫੈਕਟਸ ਪੈਂਦੇ ਆ। ਠੀਕ ਹੈ ਜੀ, ਸੋ ਇਹਦੀ ਇੱਕ ਐਗਜ਼ਾਮਪਲ ਦਿੰਦਾ ਹੈ। ਆਪਣੇ ਇੰਡੀਆ ਦੇ ਵਿੱਚ ਵੀ ਕਈ ਨਿਊਕਲੀਅਰ ਪਲਾਂਟਸ ਹੈਗੇ ਆ, ਤੁਸੀਂ ਨਿਊਕਲੀਅਰ ਬੰਬ ਬਾਰੇ ਸੁਣਿਆ ਹੋਣਾ। ਠੀਕ ਹੈ, ਨਿਊਕਲੀਅਰ ਪਲਾਂਟਸ ਰੇਡੀਓ ਐਕਟਿਵ ਮਟੀਰੀਅਲਸ ਦੇ ਉੱਪਰ ਕੰਮ ਕਰਦੇ ਆ। ਤੁਸੀਂ ਇਸ ਮਟੀਰੀਅਲ ਦੀ ਸਟਰੈਂਥ ਤੋਂ ਇਸ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਹੈ। ਫੋਰ ਐਗਜ਼ਾਮਪਲ ਆਪਣੇ ਥਰਮਲ ਪਲਾਂਟ ਦੇਖਿਆ ਕਿਸੇ ਨੇ? ਜਿੱਦਾਂ ਬਠਿੰਡੇ ਹੈਗਾ ਆ, ਰੋਪੜ ਹੈਗਾ, ਜਿੱਥੋਂ ਬਿਜਲੀ ਪੈਦਾ ਕਰਦੇ ਆ ਕੋਲੇ ਨੂੰ ਜਲਾ ਕੇ। ਗੋਇੰਦਵਾਲ ਹੈਗਾ ਆ। ਹਾਂਜੀ, ਕਿਸੇ ਨੇ ਦੇਖਿਆ ਬੇਟਾ ਥਰਮਲ ਪਲਾਂਟ? ਸਰ ਦੇਖਿਆ ਨਹੀਂ, ਪਰ ਪਤਾ ਹੈਗਾ ਕਿਹੜਾ ਹੁੰਦਾ ਹੈ, ਜਿੱਦਾਂ ਹੀਟ ਦੇ ਨਾਲ ਆਪਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਆ। ਹਾਂ, ਬੇਸਿਕਲੀ ਬੇਟਾ ਥਰਮਲ ਪਲਾਂਟ ਕੀ ਹੁੰਦਾ ਆ, ਉੱਥੇ ਨਾ ਕੋਲੇ ਨੂੰ ਜਲਾਉਂਦੇ ਆ, ਕੋਲੇ ਨੂੰ ਜਲਾ ਕੇ ਪਾਣੀ ਗਰਮ ਕਰਦੇ ਆ। ਠੀਕ ਹੈ, ਪਾਣੀ ਜਦੋਂ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਉਹਦੇ ਨਾਲ ਹੀਟ ਨਿਕਲਦੀ ਆ, ਉਹ ਸੌਰੀ ਭਾਫ ਬਣਦੀ ਆ। ਠੀਕ ਹੈ, ਭਾਫ ਦੇ ਨਾਲ ਫਿਰ ਟਰਬਾਈਨ ਚੱਲਦੀ ਆ, ਉਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ। ਠੀਕ ਹੈ, ਸੋ ਤੁਸੀਂ ਇਹ ਅੰਦਾਜ਼ਾ ਲਗਾ ਲਓ ਜਿੰਨੇ ਆਪਣੇ ਪੰਜਾਬ ਦੇ ਵਿੱਚ ਕੋਲ ਪਲਾਂਟ ਹੈਗੇ, ਇੱਕ ਤਾਂ ਪੋਲਿਊਸ਼ਨ ਬਹੁਤ ਕਰਦੇ ਆ ਕਿਉਂਕਿ ਕੋਲਾ ਇੰਨਾ ਜਲਾਉਣਾ। ਦੂਸਰਾ ਕਿ ਉਸ ਕੋਲ ਪਲਾਂਟ ਦੇ ਵਿੱਚ ਇੱਕ ਦਿਨ ਦੇ ਵਿੱਚ ਅਰਾਊਂਡ ਤੁਸੀਂ ਟ੍ਰੇਨ ਦੇਖੀਆਂ ਹੋਣੀਆਂ, 24-25 ਡੱਬੇ ਹਾਂਜੀ ਹੁੰਦੇ ਆ ਟ੍ਰੇਨ ਦੇ, ਜਿਹੜੀ ਮਾਲ ਗੱਡੀ ਹੁੰਦੀ ਆ। ਠੀਕ ਹੈ, ਤੇ ਹਾਂਜੀ ਉਹਨਾਂ ਦੇ ਇੱਕ ਪੂਰੀ ਟ੍ਰੇਨ, ਉਹਨਾਂ ਦੇ 24-25 ਡੱਬੇ ਇੱਕ ਦਿਨ ਚ ਉੱਥੇ ਲੱਗ ਜਾਂਦੇ ਆ ਕੋਲੇ ਦੇ। ਠੀਕ ਹੈ, ਇੰਨਾ ਕੋਲ ਯੂਜ਼ ਹੁੰਦਾ ਆ ਬਿਜਲੀ ਬਣਾਉਣ ਨੂੰ। ਸਿਰਫ ਇੱਕ ਪਲਾਂਟ ਦੀ ਗੱਲ ਕਰ ਰਿਹਾ, ਆਪਣੇ ਪੰਜਾਬ ਚ 5-6 ਹੈਗੇ ਆ। ਮਤਲਬ ਪੂਰੀ ਇੱਕ ਟ੍ਰੇਨ ਹੀ ਲੱਗ ਜਾਂਦੀ ਹੈ ਕੋਲੇ ਦੀ, ਇੱਕ ਦਿਨ ਪੂਰਾ ਔਨ ਰੱਖਣ ਨੂੰ ਪਲਾਂਟ ਨੂੰ, ਇੰਨੀ ਬਿਜਲੀ ਬਣਦੀ ਹੈ। ਠੀਕ ਹੈ, ਸੋ ਅਰਾਊਂਡ ਲੱਖਾਂ ਟਨ ਕੋਲਾ ਲੱਗ ਜਾਂਦਾ ਆ ਬਿਜਲੀ ਪੈਦਾ ਕਰਨ। ਹੁਣ ਜੇ ਇਸ ਕੋਲੇ ਦੀ ਜਗ੍ਹਾ ਆਪਾਂ ਯੂਰੇਨੀਅਮ ਯੂਜ਼ ਕਰੀਏ, ਯੂਰੇਨੀਅਮ ਇੱਕ ਮੈਟਲ ਆ। ਠੀਕ ਹੈ, ਤੇ ਤੁਸੀਂ ਇਹ ਐਗਜ਼ਾਮਪਲ ਲਾ ਲਓ ਕਿ 1000 ਕਿਲੋ ਕੋਲਾ, 1000 ਕਿਲੋ ਕੋਲ ਜਿੰਨੀ ਪਾਵਰ ਪੈਦਾ ਕਰਦਾ ਹੈ, ਜਿੰਨੀ એનર્ਜੀ ਪੈਦਾ ਕਰਦਾ ਹੈ। ਠੀਕ ਹੈ,
ਯੂਰੇਨੀਅਮ 1 ਗ੍ਰਾਮ ਦੇ ਵਿੱਚ ਹੀ 19 ਪੈਦਾ ਕਰ ਲੈਂਦਾ ਹੈ। ਮਤਲਬ ਇੰਨਾ ਹਾਰਮਫੁਲ ਮਟੀਰੀਅਲ ਆ ਯੂਰੇਨੀਅਮ। ਮਤਲਬ 1 ਗ੍ਰਾਮ ਯੂਰੇਨੀਅਮ 1000 ਕਿਲੋ ਸੋਨੇ ਕੋਲੇ ਦੇ ਬਰਾਬਰ એનર્ਜੀ ਪੈਦਾ ਕਰਦਾ ਹੈ। ਠੀਕ ਹੈ ਸਰ ਇੱਕ ਗੱਲ ਪੁੱਛਣੀ ਸੀ ਹਾਂਜੀ। ਸਰ, ਜਿਹੜਾ ਯੂਰੇਨੀਅਮ ਹੈਗਾ ਹੈ ਇਹ ਆਪਣੇ ਇੰਡੀਆ 'ਚ, ਮਤਲਬ ਕਿ ਜਾਂ ਬਾਹਰੋਂ ਬੂਰੋਂ ਮੰਗਵਾਉਣਾ ਪੈਣਾ? ਜਿੱਦਾਂ ਕੋਲਾ ਤਾਂ ਆਪਣੇ ਇੰਡੀਆ 'ਚ ਹੈਗਾ ਆ। ਨਹੀਂ, ਆਪਣੇ ਹੈਗਾ ਅਵੇਲੇਬਲ, ਬਟ ਬਹੁਤ ਘੱਟ ਮਾਤਰਾ 'ਚ। ਇਹ ਮੋਸਟਲੀ ਆਪਣਾ ਜਿਹੜਾ ਯੂਰੇਨੀਅਮ ਆ ਸਾਨੂੰ ਆਸਟ੍ਰੇਲੀਆ ਐਂਡ ਕੈਨੇਡਾ ਤੋਂ ਮੰਗਾਉਣਾ ਪੈਂਦਾ ਹੈ। ਠੀਕ ਹੈ, ਆਪਣੇ ਵੀ ਇੱਥੇ ਹੈਗਾ ਬਟ ਬਹੁਤ ਘੱਟ ਮਾਤਰਾ 'ਚ ਨਿਕਲਦਾ ਹੈ, ਕਿਉਂਕਿ ਬਹੁਤ ਇਹਦੀ ਜਿਹੜੀ ਕੁਆਂਟੀਟੀ ਆ ਅਰਥ ਦੇ ਵਿੱਚ ਬਹੁਤ ਘੱਟ ਆ। ਠੀਕ ਹੈ, ਕੋਈ ਕੰਟਰੀ ਆ ਜਿੱਥੇ ਇਹਦੀ ਕੁਆਂਟੀਟੀ ਜ਼ਿਆਦਾ ਹੈ, ਸਾਨੂੰ ਉੱਥੋਂ ਫਿਰ ਮੰਗਾਉਣੀ ਪੈਂਦੀ ਆ। ਠੀਕ ਹੈ ਜੀ। ਸੋ ਆਪਣੇ ਇੱਥੇ ਇੰਡੀਆ ਦੇ ਵਿੱਚ ਹੁੰਦਾ 5-6 ਟੋਟਲ 5-6 ਪਲਾਂਟ ਹੀ ਹੈਗੇ ਆ, ਨਿਊਕਲੀਅਰ ਪਲਾਂਟ ਜਿਹੜੇ ਇੰਡੀਆ ਦੇ ਵਿੱਚ ਹੈਗੇ ਆ। ਠੀਕ ਹੈ, ਸੋ ਇੱਕ ਤਾਂ ਇਹਦੀ ਇਹ ਪ੍ਰੋਪਰਟੀ ਹੋ ਗਈ ਕਿ ਇਹਦੇ ਵਿੱਚ એનર્ਜੀ ਬਹੁਤ ਹੁੰਦੀ ਹੈ। ਦੂਸਰੀ, ਆਪਾਂ ਇੱਕ ਪੈਨ ਦੀ ਨਿਬ ਦੇਖੀ ਹੈ ਸਾਰਿਆਂ ਨੇ, ਕਿੰਨੀ ਕੁ ਹੁੰਦੀ ਹੈ? ਛੋਟੀ ਜੀ ਹੁੰਦੀ, ਬਹੁਤ ਮਾਈਨਸ। ਉਨਾ ਆਪਾਂ ਯੂਰੇਨੀਅਮ ਲੈ ਲੈਂਦੇ ਹਾਂ। ਫੋਰ ਐਗਜ਼ਾਮਪਲ ਆਪਾਂ ਉਨਾ ਯੂਰੇਨੀਅਮ ਲਿਆ, ਤੁਸੀਂ ਆਪਣੇ ਕਲਾਸਰੂਮ ਤਾਂ ਦੇਖੇ ਹੀ ਹੋਣੇ ਆ ਕਿੰਨੇ ਕੁ ਵੱਡੇ ਹੈਗੇ ਆ। ਠੀਕ ਹੈ, ਹਾਂਜੀ ਸਰ। ਆਪਾਂ ਉਹ ਇੱਕ ਪੈਨ ਦੀ ਨਿਬ ਜਿੰਨਾ ਯੂਰੇਨੀਅਮ ਅਗਰ ਓਪਨ ਦੇ ਵਿੱਚ ਰੱਖ ਦਿੰਦੇ ਆ, ਮਤਲਬ ਇਸੇ ਤਰ੍ਹਾਂ ਬੈਂਚ ਦੇ ਉੱਪਰ ਰੱਖਤਾ, ਠੀਕ ਹੈ, ਤੇ ਆਪਾਂ ਅੱਧਾ ਪੌਣਾ ਘੰਟਾ ਉਸ ਕਲਾਸ 'ਚ ਜੇ ਬਹਿ ਗਏ ਤੇ ਅਰਾਊਂਡ ਪੂਰੀ ਕਲਾਸ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਕੈਂਸਰ ਹੋ ਜਾਏਗਾ। ਅੱਧੇ ਪੌਣੇ ਘੰਟੇ ਦੇ ਵਿੱਚ ਉਹਨਾਂ ਨੂੰ ਕੈਂਸਰ ਹੋਣਾ ਸਟਾਰਟ ਹੋ ਜਾਏਗਾ। ਠੀਕ ਹੈ, ਇੰਨਾ ਹਾਰਮਫੁਲ ਮਟੀਰੀਅਲ ਹੁੰਦਾ ਹੈ। ਮਤਲਬ ਉਹ ਲੌਂਗ ਟਰਮ ਦੇ ਵਿੱਚ ਉਹ ਚੀਜ਼ ਵਧੀ ਜਾਣੀ ਆ, ਐਟ ਦੀ ਐਂਡ ਉਸ ਬੰਦੇ ਦੀ ਡੈਥ ਹੋ ਜਾਣੀ। ਠੀਕ ਹੈ, ਮਤਲਬ ਇੰਨਾ ਕੁ ਵੀ ਇਹ ਮਟੀਰੀਅਲ ਓਪਨ ਦੇ ਵਿੱਚ ਰਹਿ ਗਿਆ ਤੇ ਉਹ ਇੰਨਾ ਕੁ ਪਾਵਰਫੁਲ ਹੁੰਦਾ ਆ ਕਿ ਬੋਡੀ ਕੈਂਸਰ ਦੇ ਨਾਲ ਉਹ ਇਫੈਕਟ ਡੇਂਜਰਸ ਹੋ। ਹੈ ਨਾ? ਹਾਂਜੀ, ਡੇਂਜਰਸ ਹੈ ਇਹਦਾ ਮਤਲਬ ਬਹੁਤ ਇਹ। ਕੀ ਮੈਂ ਸੁਣਿਆ ਨਹੀਂ ਬੇਟਾ, ਦੁਬਾਰਾ ਬੋਲੋ। ਮੈਂ ਕਿਹਾ ਸਰ ਇਹ ਤਾਂ ਫੇ ਖਤਰੇ ਵਾਲੀ ਚੀਜ਼ ਹੀ ਆ, ਹਾਂ ਡੇਂਜਰਸ ਹੈ ਹਾਂ, ਸਰ ਇਹ। ਬਹੁਤ ਡੇਂਜਰਸ ਆ ਬੇਟਾ, ਬਹੁਤ ਜ਼ਿਆਦਾ ਡੇਂਜਰਸ ਚੀਜ਼ ਆ ਇਹ। ਠੀਕ ਹੈ, ਤੇ ਇਸੇ ਕਰਕੇ ਜਿਹੜੇ ਨਿਊਕਲੀਅਰ ਪਲਾਂਟਸ ਨਾ, ਜਿੱਥੇ ਕੀ ਆ ਯੂਰੇਨੀਅਮ ਨੂੰ ਬਰਨ ਕਰਦੇ ਆ, ਯੂਰੇਨੀਅਮ ਨੂੰ ਅੱਗ ਲਗਾਉਂਦੇ ਆ ਤੇ ਉਹਦੇ ਨਾਲ ਫਿਰ ਬਿਜਲੀ ਪੈਦਾ ਕਰਦੇ ਆ। ਉਹਦੇ ਨੂੰ ਯੂਰੇਨੀਅਮ ਨੂੰ ਅੱਗ ਲਗਾ ਕੇ ਉਹਨਾਂ ਪਾਣੀ ਗਰਮ ਕਰਦੇ ਆ। ਠੀਕ ਆ, ਉਹਦੇ ਨਾਲ ਭਾਫ ਬਣਦੀ ਆ ਤੇ ਉਹਦੇ ਨਾਲ ਫਿਰ ਬਿਜਲੀ ਪੈਦਾ ਹੁੰਦੀ ਆ। ਇਹਦਾ ਇੱਕ ਇਹ ਫਾਇਦਾ ਹੈ ਕਿ ਇਹਦੇ ਨਾਲ ਪੋਲਿਊਸ਼ਨ ਨਹੀਂ ਹੁੰਦਾ। ਠੀਕ ਆ, ਸੋ ਇਸ ਕਰਕੇ ਇਹਦੇ ਪਲਾਂਟ ਲੱਗਦੇ ਆ। ਤੇ ਇਹ ਜਿਹੜੇ ਪਲਾਂਟ ਲੱਗਦੇ ਆ ਇਹ ਸਿਰਫ ਪਾਣੀ ਦੇ, ਜਿੱਥੇ ਸਮੁੰਦਰ ਬਿਲਕੁਲ ਲਾਗੇ ਹੋਵੇ ਉੱਥੇ ਲੱਗ ਸਕਦਾ, ਕਿਉਂਕਿ ਇਹਨੂੰ ਪਾਣੀ ਦੀ ਜ਼ਰੂਰਤ ਬਹੁਤ ਆ। ਪਲੱਸ ਬਾਈ ਚਾਂਸ ਕੋਈ ਐਕਸੀਡੈਂਟ ਹੋ ਜਾਏ ਥਰਮਲ ਪਲਾਂਟ ਦੇ ਵਿੱਚ ਤਾਂ ਫਿਰ ਉਸ ਆਲੇ ਦੁਆਲੇ ਇਲਾਕੇ ਦੇ ਵਿੱਚ ਲੋਕਾਂ ਨੂੰ ਬਹੁਤ ਇਫੈਕਟ ਹੋ ਸਕਦਾ। ਠੀਕ ਹੈ, ਤੁਸੀਂ ਇੱਕ ਪੜ੍ਹਿਆ ਹੋਣਾ ਆ, ਹੀਰੋਸ਼ੀਮਾ ਨਾਗਾਸਾਕੀ ਦੇ ਉੱਪਰ ਬੰਬ ਸਿੱਟਿਆ ਗਿਆ ਸੀ, ਨਿਊਕਲੀਅਰ ਬੰਬ, ਹਾਂਜੀ ਸਰ। ਹਨਾ। ਉਹ ਵੀ ਉਹਦੇ ਵਿੱਚ ਵੀ ਯੂਰੇਨੀਅਮ ਸੀਗਾ। ਉਹ ਜਿਸ ਜਗ੍ਹਾ ਤੇ ਡਿੱਗਿਆ, ਠੀਕ ਆ, ਉਹ ਇੱਕ ਤਾਂ ਸਾਰੀ ਜਗ੍ਹਾ ਤਬਾਹ ਕਰਤੀ ਉਹਨੇ। ਠੀਕ ਹੈ, ਦੂਸਰਾ ਕੀ ਹੈ ਕਿ ਜਿਹੜੇ ਲੋਕ ਫਿਰ ਇਹ ਨਾ ਰੇਡੀਏਸ਼ਨ ਛੱਡਦਾ ਹੈ, ਇਹਦੇ ਵਿੱਚੋਂ ਕਿਰਨਾਂ ਨਿਕਲਦੀਆਂ ਰਹਿੰਦੀਆਂ, ਵੇਵਸ ਨਿਕਲਦੀਆਂ ਰਹਿੰਦੀਆਂ, ਰੇਡੀਓ ਐਕਟਿਵ ਵੇਵਸ। ਠੀਕ ਹੈ, ਉਹ ਵੇਵਸ ਫਿਰ ਜੇ ਕਿਸੇ ਹਿਊਮਨ ਦੀ ਬੋਡੀ ਦੇ ਆਪਾਂ ਉਹਦੇ ਕੰਟੈਕਟ 'ਚ ਆ ਜਾਈਏ, ਆਪਾਂ ਉਹਦੇ ਕਿਤੇ ਲਾਗੇ ਹੈਗੇ ਆ, 50-100 ਕਿਲੋਮੀਟਰ ਦੇ ਵੀ ਲਾਗੇ ਹੈਗੇ ਆ। ਫੋਰ ਐਗਜ਼ਾਮਪਲ ਦਿੱਲੀ ਕੋਈ ਨਿਊਕਲੀਅਰ ਬਲਾਸਟ ਹੋ ਜਾਂਦਾ, ਨਿਊਕਲੀਅਰ ਬੰਬ ਫਟ ਜਾਂਦਾ ਦਿੱਲੀ ਦੇ ਵਿੱਚ, ਤੇ ਆਪਾਂ ਆਰਾਮ ਨਾਲ ਇਫੈਕਟ ਹੋ ਜਾਾਂਗੇ ਜਲੰਧਰ ਤੱਕ। 300 ਕਿਲੋਮੀਟਰ 400 ਕਿਲੋਮੀਟਰ ਦਾ ਗੈਪ ਹੈਗਾ, ਤੇ ਆਪਾਂ ਇਫੈਕਟ ਹੋ ਜਾਾਂਗੇ। ਸਾਨੂੰ ਫਿਰ ਬੋਡੀ ਦੇ ਵਿੱਚ ਕਈ ਤਰ੍ਹਾਂ ਦੀ ਪ੍ਰੋਬਲਮਸ ਆਉਣ ਲੱਗ ਪਣਗੀਆਂ ਜਿਹੜੀਆਂ ਕਦੀ ਸਹੀ ਹੋ ਹੀ ਨਹੀਂ ਸਕਦੀਆਂ। ਠੀਕ ਹੈ, ਇਸੇ ਕਰਕੇ ਜਿਹੜੇ ਨਿਊਕਲੀਅਰ ਬੰਬਸ ਹੈਗੇ ਆ ਉਹ ਬਹੁਤ ਜ਼ਿਆਦਾ ਹਾਰਮਫੁਲ ਹੈਗੇ। ਜਿਹੜਾ ਨਿਊਕਲੀਅਰ ਮਟੀਰੀਅਲ ਹੈਗਾ ਇਹ ਵੀ ਬਹੁਤ ਜ਼ਿਆਦਾ ਹਾਰਮਫੁਲ ਹੁੰਦਾ ਹੈ। ਠੀਕ ਹੈ, ਫੋਰ ਐਗਜ਼ਾਮਪਲ ਆਪਣੇ ਅਗਰ ਇੰਡੀਆ ਦਾ ਸੈਂਟਰ ਮੱਧ ਪ੍ਰਦੇਸ਼ ਆ, ਜੇ ਉੱਥੇ ਕੋਈ ਇੱਕ ਬੰਬ ਬਲਾਸਟ ਹੋ ਜਾਵੇ, ਨਿਊਕਲੀਅਰ ਬਲਾਸਟ ਹੋ ਜਾਵੇ, ਤਾਂ ਆਲਮੋਸਟ ਆਪਣਾ ਇੰਡੀਆ, ਚਾਈਨਾ, ਪਾਕਿਸਤਾਨ, ਦੁਬਈ, ਇੰਨੇ ਏਰੀਏ ਤੱਕ ਉਹਦਾ ਇਫੈਕਟ ਪਏਗਾ। ਮਤਲਬ ਇੰਨੇ ਏਰੀਏ, ਦੂਰ ਦੇ ਏਰੀਏ ਤੱਕ ਵੀ ਉਹਦਾ ਇਫੈਕਟ ਪੈ ਸਕਦਾ, ਇੰਨੀ ਹਾਰਮਫੁਲ ਚੀਜ਼ ਹੈ। ਠੀਕ ਹੈ ਜੀ। ਸੋ ਹੁਣ ਇਹਦੇ ਆਪਾਂ ਰੇਡੀਓ ਐਕਟਿਵ ਪੋਲਿਊਸ਼ਨ ਕਰਦੇ ਪਏ ਹਾਂ। ਹੁਣ ਇਹਦੇ ਕੀ ਕੋਜ਼ ਆ, ਕਿਉਂ ਹੁੰਦਾ ਹੈ ਰੇਡੀਓ ਐਕਟਿਵ ਪੋਲਿਊਸ਼ਨ? ਸਭ ਤੋਂ ਪਹਿਲਾ ਰੀਜ਼ਨ ਨਿਊਕਲੀਅਰ ਪਾਵਰ ਪਲਾਂਟ। ਆਪਾਂ ਨਿਊਕਲੀਅਰ એનર્ਜੀ ਯੂਜ਼ ਕਰਦੇ ਹਾਂ ਬਿਜਲੀ ਬਣਾਉਣ ਨੂੰ। ਠੀਕ ਹੈ, ਉੱਥੇ ਕੋਈ ਲੀਕੇਜ ਹੋ ਜਾਏ,
ਉੱਥੇ ਬਿਜਲੀ ਵੈਸੇ ਜਦੋਂ ਬਣਾਉਂਦੇ ਆ ਬਹੁਤ ਸੇਫ ਤਰੀਕੇ ਨਾਲ ਇਹਨੂੰ ਟਰੀਟ ਕਰਦੇ ਆ, ਬਹੁਤ ਜ਼ਿਆਦਾ ਸੇਫ ਤਰੀਕੇ ਨਾਲ, ਠੀਕ ਹੈ। ਲੇਕਿਨ ਉੱਥੇ ਕੋਈ ਮਿਸ ਹੈਪਨਿੰਗ ਹੋ ਜੇ ਤਾਂ ਉਹ ਆਲੇ ਦੁਆਲੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆ ਸਕਦੀ, ਠੀਕ ਹੈ। ਨਿਊਕਲੀਅਰ ਵੈਪਨਸ, ਠੀਕ ਹੈ। ਡਿਸਪੋਜ਼ਲ ਆਫ ਨਿਊਕਲੀਅਰ ਵੇਸਟ, ਹੁਣ ਜਿੱਦਾਂ ਕੋਲੇ ਨੂੰ ਅੱਗ ਲੱਗ ਜਾਂਦੀ ਹੈ ਤੇ ਕੋਲੇ ਦਾ ਵੇਸਟ ਮਟੀਰੀਅਲ ਬਚ ਜਾਂਦਾ ਹੈ, ਠੀਕ ਹੈ। ਇਸੇ ਤਰ੍ਹਾਂ ਜਦੋਂ ਯੂਰੇਨੀਅਮ ਨੂੰ ਅੱਗ ਲੱਗ ਜਾਂਦੀ ਆ, ਉਹ ਅੱਗ ਲਾ ਕੇ ਖਤਮ ਹੋ ਜਾਂਦਾ, ਉਹਦਾ ਵੀ ਵੇਸਟ ਮਟੀਰੀਅਲ ਬਚਦਾ ਆ, ਉਹ ਵੀ ਫਿਰ ਸਾਡੇ ਲਈ ਹਾਰਮਫੁਲ ਹੁੰਦਾ ਹੈ, ਠੀਕ ਹੈ। ਇਹ ਜਿਹੜੀ ਰੇਡੀਓ ਐਕਟਿਵ ਮਟੀਰੀਅਲ ਹੈਗਾ, ਇਹਨੂੰ ਸਿਰਫ ਇੱਕ ਚੀਜ਼ ਰੋਕ ਸਕਦੀ ਹੈ, ਕੋਬਾਲਟ। ਕੋਬਾਲਟ ਦੇ ਆਰ ਪਾਰ ਇਹਦੀਆਂ ਕਿਰਨਾਂ ਨਹੀਂ ਜਾ ਸਕਦੀਆਂ। ਕੋਬਾਲਟ ਇੱਕ ਇਸ ਤਰ੍ਹਾਂ ਦੀ ਮੈਟਲ ਆ ਜਿਹਦੇ ਆਰ ਪਾਰ ਇਹਦੀ ਕਿਰਨਾਂ ਨਹੀਂ ਜਾ ਸਕਦੀਆਂ, ਠੀਕ ਹੈ ਜੀ। ਸੋ ਉਹ ਫਿਰ ਮਟੀਰੀਅਲ ਨੂੰ ਕੀ ਕਰਦੇ ਆ, ਜਿਹੜਾ ਵੇਸਟ ਬਚ ਜਾਂਦਾ ਆ, ਯੂਜ਼ ਕਰ ਲੈਂਦੇ ਆ ਉਹਨੂੰ, ਫਿਰ ਵੱਡੇ ਵੱਡੇ ਕੋਬਾਲਟ ਦੇ ਟੈਂਕਰਾਂ ਦੇ ਵਿੱਚ ਭਰ ਕੇ ਸਮੁੰਦਰ ਦੇ ਥੱਲੇ ਸਿੱਟ ਦਿੰਦੇ, ਸਮੁੰਦਰ ਦੇ ਵਿੱਚ ਸਿੱਟ ਦਿੰਦੇ ਆ ਉਹਨੂੰ, ਜ਼ਮੀਨ ਸਮੁੰਦਰ ਦੇ ਨੀਚੇ ਜ਼ਮੀਨ 'ਚ ਦੱਬ ਦਿੰਦੇ ਆ, ਠੀਕ ਹੈ। ਤੇ ਇੱਕ ਜਿਹੜਾ ਕੋਈ ਮਟੀਰੀਅਲ ਹੈਗਾ ਆ, ਉਹ ਘੱਟੋ ਘੱਟ ਵੀ 20-25 ਹਜ਼ਾਰ ਸਾਲ ਤੱਕ ਐਕਟਿਵ ਰਹਿੰਦਾ ਹੈ, ਯਾਨੀ ਕਿ 20-25 ਹਜ਼ਾਰ ਸਾਲ ਤੱਕ ਉਹਦੇ ਵਿੱਚੋਂ ਹਾਰਮਫੁਲ ਰੇਡੀਏਸ਼ਨਸ ਨਿਕਲਦੀਆਂ ਰਹਿੰਦੀਆਂ, ਇੰਨਾ ਹਾਰਮਫੁਲ ਹੈ। ਸਰ ਯੂਜ਼ ਹੋਣ ਤੋਂ ਬਾਅਦ ਵੀ? ਯੂਜ਼ ਹੋਣ ਤੋਂ ਬਾਅਦ ਵੀ, ਹਾਂਜੀ, ਯੂਜ਼ ਹੋਣ ਤੋਂ ਬਾਅਦ ਵੀ 20-25 ਹਜ਼ਾਰ ਸਾਲ ਤੱਕ ਇਹਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਨੇ, ਠੀਕ ਹੈ ਜੀ। ਤੇ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਬੇਟਾ, ਆਪਣੀ ਨਾਰਮਲ ਲਾਈਫ 'ਚ ਆਪਾਂ ਨਿਊਕਲੀਅਰ ਜਿਹੜਾ ਯੂਰੇਨੀਅਮ ਆ ਉਹਦਾ ਬਹੁਤ ਯੂਜ਼ ਕਰਦੇ ਹਾਂ, ਠੀਕ ਹੈ। ਲੇਕਿਨ ਉੱਥੇ ਆਪਾਂ ਸੇਫ ਤਰੀਕੇ ਨਾਲ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਐਕਸ-ਰੇ ਕਰਾਉਂਦੇ ਹਾਂ, ਠੀਕ ਹੈ। ਐਕਸ-ਰੇ ਜਿਹੜੀ ਮਸ਼ੀਨ 'ਚ ਕਰਾਉਂਦੇ ਆ, ਉਹਦੇ ਵਿੱਚ ਯੂਰੇਨੀਅਮ ਹੁੰਦਾ ਆ, ਠੀਕ ਹੈ। ਲੇਕਿਨ ਉਹਨੂੰ ਇੱਕ ਤਾਂ ਬਹੁਤ ਘੱਟ ਕੁਆਂਟਿਟੀ 'ਚ ਹੁੰਦਾ ਆ ਯੂਰੇਨੀਅਮ, ਇੱਕ ਉਹਨੂੰ ਬਹੁਤ ਸੇਫ ਤਰੀਕੇ ਨਾਲ ਰੱਖਿਆ ਹੁੰਦਾ ਐਕਸ-ਰੇ ਮਸ਼ੀਨ, ਠੀਕ ਹੈ। ਐਕਸ-ਰੇ ਮਸ਼ੀਨ ਹੋ ਗਈ, ਸਿਟੀ ਸਕੈਨ ਹੋ ਗਈ, ਇਹ ਸਾਰੀਆਂ ਮਸ਼ੀਨਾਂ ਦੇ ਵਿੱਚ ਯੂਰੇਨੀਅਮ ਹੁੰਦਾ ਹੈ, ਠੀਕ ਹੈ। ਤੇ ਇਸੇ ਕਰਕੇ ਜਿਹੜਾ ਸਾਨੂੰ ਕੋਈ ਐਕਸ-ਰੇ ਆ ਜਾਂ ਆਪਾਂ ਕੋਈ ਸਕੈਨਿੰਗ ਕਰਾਉਂਦੇ ਆ ਡਾਕਟਰ ਕੋਲ ਜਾ ਕੇ, ਉਹ ਸਾਨੂੰ ਜ਼ਿਆਦਾ ਵਾਰ ਨਹੀਂ ਕਰਾਉਣੀ ਚਾਹੀਦੀ, ਕਿਉਂਕਿ ਚਾਹੇ ਉਹਦੇ ਵਿੱਚ ਕੰਟਰੋਲ ਤਰੀਕੇ ਨਾਲ ਰੱਖਿਆ ਹੋਇਆ, ਲੇਕਿਨ ਉਹ ਸਾਡੀ ਬੋਡੀ ਦੇ ਉੱਪਰ ਇਫੈਕਟ ਪਾਉਂਦਾ ਆ, ਠੀਕ ਹੈ। ਜੇ ਆਪਾਂ ਮੰਨ ਲਓ ਕੋਈ ਬੰਦਾ ਇੱਕ ਸਾਲ ਦੇ ਵਿੱਚ ਵੀ 15-20 ਵਾਰ ਜੇ ਐਕਸ-ਰੇ ਕਰਾ ਰਿਹਾ, ਤਾਂ ਉਹਦੀ ਬੋਡੀ ਦੇ ਉੱਪਰ ਰੇਡੀਏਸ਼ਨਸ ਥੋੜਾ ਇੰਪੈਕਟ ਕਰਨਗੀਆਂ, ਠੀਕ ਹੈ ਜੀ। ਹਾਂਜੀ, ਹੁਣ ਕੀ ਇਫੈਕਟਸ ਨੇ ਰੇਡੀਓ ਐਕਟਿਵ ਪੋਲਿਊਸ਼ਨ ਦੇ? ਸਭ ਤੋਂ ਪਹਿਲਾਂ ਡਿਸੀਜ਼ ਇਨਕਲੂਡ ਬਲੱਡ ਇਨ ਕਫ, ਸਵੈਲਿੰਗ ਆਫ ਬੋਨ ਜੁਆਇੰਟ, ਕੈਂਸਰ, ਲੰਗ ਕੈਂਸਰ, ਸਕਿਨ, ਬੋਨ, ਆਈ ਪ੍ਰੋਬਲਮ, ਠੀਕ ਆ। ਸੋ ਜਿੰਨੇ ਵੀ ਤਰ੍ਹਾਂ ਦੇ ਕੈਂਸਰ ਆਪਾਂ ਗਿਣ ਸਕਦੇ ਹਾਂ, ਸਾਰੇ ਰੇਡੀਏਸ਼ਨਸ ਦੇ ਨਾਲ ਹੋ ਸਕਦੇ ਆ। ਰੇਡੀਓ ਐਕਟਿਵ ਮਟੀਰੀਅਲ ਦੇ ਉਹਦੀ ਰੇਡੀਏਸ਼ਨਸ ਦੇ ਨਾਲ ਹੋ ਸਕਦੇ ਆ, ਜੇ ਆਪਾਂ ਉਹਦੇ ਕੰਟੈਕਟ ਦੇ ਵਿੱਚ ਆਉਂਦੇ ਹਾਂ, ਠੀਕ ਹੈ ਜੀ। ਹਾਂਜੀ, ਹੁਣ ਆਪਾਂ ਇਸ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਕਿ ਆਪਾਂ ਨਿਊਕਲੀਅਰ ਪਲਾਂਟ ਨਾ ਬਣਾਈਏ, ਨਿਊਕਲੀਅਰ ਵੈਪਨ ਨਾ ਯੂਜ਼ ਕਰੀਏ, ਜਿਹੜਾ ਨਿਊਕਲੀਅਰ ਵੇਸਟ ਸਾਡੇ ਕੋਲ ਨਿਕਲਦਾ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਖਤਮ ਕਰੀਏ, ਠੀਕ ਹੈ। ਤੇ ਯੂਰੇਨੀਅਮ ਨੂੰ ਨਾ ਖੋਦੀਏ ਜ਼ਮੀਨ ਚੋਂ, ਤਾਂ ਜੋ ਨਵਾਂ ਯੂਰੇਨੀਅਮ ਨਾ ਨਿਕਲ ਸਕੇ, ਠੀਕ ਹੈ। ਆਪਣੇ ਇੱਥੇ ਹਰਿਆਣਾ ਦੇ ਵਿੱਚ ਨਿਊਕਲੀਅਰ ਪਲਾਂਟ ਲੱਗਣ ਲੱਗਾ ਸੀ, ਲੇਕਿਨ ਲੋਕਾਂ ਨੇ ਕਾਫੀ ਰੌਲਾ ਪਾਇਆ, ਇਸ ਕਰਕੇ ਹੁਣ ਇੱਥੇ ਨਹੀਂ ਲਾਇਆ, ਕਿਉਂਕਿ ਉਹਦੇ ਨਾਲ ਪੂਰੇ ਪੰਜਾਬ ਨੂੰ ਖਤਰਾ ਸੀ, ਪੂਰੇ ਹਰਿਆਣੇ ਨੂੰ ਖਤਰਾ ਸੀ, ਤੇ ਇੱਕ ਉਹ ਪਾਕਿਸਤਾਨ ਦੇ ਨੇੜੇ ਸੀ, ਸੋ ਇਸ ਕਰਕੇ ਇੱਥੇ ਨਿਊਕਲੀਅਰ ਪਲਾਂਟ ਨਹੀਂ ਲੱਗਾ। ਆਪਣੇ ਜਿਹੜੇ ਇੰਡੀਆ ਦੇ ਵਿੱਚ ਨਿਊਕਲੀਅਰ ਪਲਾਂਟ ਹੈਗੇ ਆ, ਉਹ ਇੱਕ ਹੈਗਾ ਕਰਨਾਟਕਾ ਦੇ ਵਿੱਚ, ਇੱਕ ਹੈਗਾ ਗੁਜਰਾਤ ਦੇ ਵਿੱਚ, ਇੱਕ ਹੈਗਾ ਆ ਤਮਿਲਨਾਡੂ ਦੇ ਵਿੱਚ। ਆਪਣੇ 3-4 ਪਲਾਂਟ ਹੀ ਆ ਪੂਰੇ ਇੰਡੀਆ ਦੇ ਵਿੱਚ, ਸੋ ਉਹ ਸਾਰੇ ਸਮੁੰਦਰ ਦੇ ਕੰਢੇ ਤੇ ਹੀ ਆ, ਠੀਕ ਹੈ ਜੀ। ਹਾਂਜੀ, ਕਿਸੇ ਨੂੰ ਕੋਈ ਡਾਊਟ ਹੋਵੇ ਇੱਥੇ ਤੱਕ? ਹਾਂਜੀ, ਐਨੀਵਨ, ਕੋਈ ਡਾਊਟ ਬੇਟਾ? ਚਲੋ ਠੀਕ ਹੈ ਬੇਟਾ, ਲੀਵ ਕਰ ਦਿਓ। ਅਟੈਂਡੈਂਸ ਮੈਂ ਨੋਟ ਕਰ ਲਈ ਹੈ, ਜੇ ਕੋਈ ਡਾਊਟ ਹੈਗਾ ਤਾਂ ਪੁੱਛ ਲਓ। ਨਹੀਂ ਸਰ, ਨੋ ਡਾਊਟ, ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਤੁਸੀਂ। ਠੀਕ ਹੈ ਜੀ। ਅਟੈਂਡੈਂਸ ਸਰ ਗਰੁੱਪ 'ਚ
ਨਹੀਂ ਬੇਟਾ ਮੈਂ ਨੋਟ ਕਰ ਲਈ ਅਟੈਂਡੈਂਸ, ਰਹਿਣ ਦੇ ਤੁਸੀਂ ਸੈਂਡ ਕਰਨ, ਮੈਂ ਨੋਟ ਕਰ ਲਈ। ਓਕੇ ਸਰ। ਧੰਨਵਾਦ ਜੀ।